श्री वाहिगुरु साहिब जीओ। बड़ी मार होई महाराज जानो, तो भंगै हति देख छत्रु मदानो। बड़ी मार होई महाराज जानो, तो भंगै हति देख चतुरु मदानो। सतनाम सिरे वाहेगुरु जी। सब गुण और पर भोर पयो औगनन। काम क्रोध कोरों की बिरता फरद के। होयो मन चोर चोर रही मत चोर चोर। देख रहे हो दूर दूर दारुण दर्द के। मिले गुर पूर्ण संतोख सिंह तोरण। 100 लाख दुख पूर गते कली नरद के। नाम है शरण सोर पावन पतत रोर। राख जरूर लाज अपने बिरद के। एकांकारा सतगुरु ते प्रसाद सच होई। वाहेगुरु जी की फतेह। विघ्न विनाशन सोई। वाहेगुरु जी की फतेह। विघ्न विनाशन सोई। वाहेगुरु जी का खालसा वाहेगुरु जी की फतेह। परम सत्कार जोग गुरु रूप खालसा साध संगत जी। जितने भी माई पाई नेमी प्रेमी दूरों नेड़े चल करके महापुरखों के पवित्र पावन अस्थान अथवा गुरु बाबा जी दे सचखंड दरबार दे विच पहुँचे हो। सतगुरां दे चरनां 'च हाज़री लवाउण वास्ते अपनी अचित विरतियां बाहरों कागर करन दी खिचल करो। भगत वशल पतत पावन दीना बंधो तिन्ने लोगां दे मालिक सांझे रहबर निरंकारी जोत श्री गुरु गोबिंद सिंह जी महाराज की पावन कथा चल रही है। पिछले प्रकारण दे विच असीं यह विचार सरवण कीती। जिस वक्त लाहौर दा सूबा इस तरह वजीदा अपनी सारी फौज लै करके आनंदपुर दे नेड़े पहुँच चुकिया सी। सुनन अनुसार उधरों पहाड़ी राजियां ने भी अपने डेरे कूच कर दिते सन। इन्हां ने इहो जी ब्यात बंदी पहला ही बनाई हुई सी भी आपां ने इकट्ठियां हो करके इहो जिहा हमला गुरु दे उपर करना है। उन्हां कोल तां ये गिणती मिणती दे ही योधे सूरमे हन। माड़ा जा बस जंग छेड़न दी देर है। नाल दी नाल सतगुरु जी दे योधे सूरमियां दे पैर हल जाने हन। पर गुरु कलगीधर सच्चे पातशाह ने पहला ही अपने खालसे नूं मोर्चियां दे विच तैनात कीता होया सी। नेड़े नेड़े काफ़ी जड़ी उच्ची कंध भी कर दिती भी जिहदे विचों दी ना कोई गोली ते ना तीर अगे जा सके। जदों इन्हां सारियां ने अपने वल्लों आनंदपुर दे नेड़े हो करके हल्ला करन दा जतन कीता सी। मोर्चियां दे विच बैठे हुए योधे सूरमियां ने इहो जे शस्त्र चलाए सन।
ਦੇ ਕਰਕੇ ਜ਼ਬਰਦਸਤ ਖਾਨ ਵਜ਼ੀਰ ਖਾਨ ਹੈਰਾਨ ਰਹਿ ਗਿਆ ਵੀ ਦੇਖੋ ਥੋੜ੍ਹੇ ਜਿਹੇ ਗੁਰੂ ਜੀ ਦੇ ਸਿੱਖ ਹੀ ਸਾਥੋਂ ਬਾਅਦ ਦੇ ਵਿੱਚ ਨਹੀਂ ਆਉਂਦੇ ਹਨ, ਪਰ ਇਹਨਾਂ ਨੂੰ ਇਸ ਹਕੀਕਤ ਦੇ ਬਾਰੇ ਕੋਈ ਨੌਲੇਜ ਨਹੀਂ, ਕੋਈ ਗਿਆਨ ਨਹੀਂ ਵੀ ਇੱਥੇ ਤਾਂ ਦਸ਼ਮੇਸ਼ ਪਿਤਾ ਦੇ ਹੁਕਮ ਦੇ ਵਿੱਚ ਸ਼ਹੀਦੀ ਫੌਜਾਂ ਲੋਕਾਂ ਦੀ ਗਿਣਤੀ ਦੇ ਵਿੱਚ ਚੜ੍ਹ ਕਰਕੇ ਆ ਜਾਂਦੀਆਂ ਹਨ। ਦੇ ਨੇ ਵੀ ਮਾਰਨ ਵਾਲਾ ਤਾਂ ਸਾਨੂੰ ਕੋਈ ਸਾਹਮਣੇ ਦੇਦਾ ਨਹੀਂ, ਪਰ ਸਾਡੇ ਜਿਹੜੇ ਜਵਾਨ ਸਿਪਾਹੀ ਮੈਦਾਨੇ ਜੰਗ 'ਚ ਚਾਰੇ ਪਾਸੇ ਦਾੜ ਦਾੜ ਗਿਰ ਰਹੇ ਹਨ। ਜਦੋਂ ਇੱਕ ਪੈਰ ਦਾ ਜਿਹੜਾ ਟਾਈਮ ਇਹਨਾਂ ਨੇ ਖਾਲਸੇ ਦੇ ਨਾਲ ਮੁਕਾਬਲਾ ਕੀਤਾ, ਉਸ ਤੋਂ ਬਾਅਦ ਇਹਨਾਂ ਨੇ ਸੋਚਿਆ ਵੀ ਸਾਡੀ ਜਿਹੜੀ ਫੌਜ ਕਾਫੀ ਮਰ ਚੁੱਕੀ ਹੈ। ਸ਼ਾਮ ਦਾ ਵਕਤ ਹੋਇਆ ਜਾਣ ਕਰਕੇ ਆਪੋ ਆਪਣੇ ਜਥਿਆਂ ਨੂੰ ਵਾਪਸ ਬੁਲਾ ਲਿਆ ਸੀ। ਜ਼ਬਰਦਸਤ ਖਾਨ ਵਜ਼ੀਰ ਖਾਨ ਨੇ ਜਦੋਂ ਕੀਤੀ ਗਿਣਤੀ ਵੀ ਸਾਡੇ ਤਾਂ ਇੱਕ ਪੈਰ ਦੇ ਅੰਦਰ ਅੰਦਰ ਦੇਖੋ 900 ਦੀ ਗਿਣਤੀ 'ਚ ਯੋਧੇ ਸੂਰਮੇ ਮਾਰੇ ਗਏ ਹਨ, ਅਤੇ ਗੁਰੂ ਜੀ ਦਾ ਜਿਹੜਾ ਗੁਰ ਸਿੱਖ ਸਾਨੂੰ ਮੈਦਾਨ ਨੇ ਜੰਗ ਦੇ ਵਿੱਚ ਕੋਈ ਵੀ ਸਾਹਮਣੇ ਪਿਆ ਹੋਇਆ ਨਜ਼ਰ ਨਹੀਂ ਆਉਂਦਾ ਹੈ। ਦੇ ਕਰਕੇ ਸਾਰਿਆਂ ਦੇ ਮਨ ਦੇ ਵਿੱਚ ਬੜੀ ਹੈਰਾਨਗੀ ਪੈਦਾ ਹੋ ਗਈ ਸੀ। ਇਤਿਹਾਸਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਦੇ ਤਾਈਂ ਗ੍ਰੰਥ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚਾਰਨ ਕਰਦੇ ਨੇ, ਆਪਣੇ ਮਨਾਂ ਨੂੰ ਕਾਗਰ ਕਰਦੇ ਹੋਏ ਆਲਸ ਤੋਂ ਸਾਵਧਾਨ ਹੋ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਵੱਡੀ ਮਾਰ ਹੋਈ ਮਹਾਰਾਜ ਜਾਨੋ। ਉਸ ਵਕਤ ਖਾਲਸੇ ਨੇ ਦੋਵੇਂ ਹੱਥ ਜੋੜ ਕਰਕੇ ਦਸ਼ਮੇਸ਼ ਪਿਤਾ ਦੇ ਅੱਗੇ ਬੇਨਤੀ ਕੀਤੀ, ਇਹ ਗਰੀਬਨ ਵਾ ਸੱਚੇ ਪਾਤਸ਼ਾਹ ਇਹੋ ਜਿਹੀ ਭਿਆਨਕ ਮਾਰ ਇਹਨਾਂ ਤੁਰਕਾਂ ਮੁਗਲਾਂ ਪਠਾਨਾਂ ਦੇ ਉੱਪਰ ਹੋ ਚੁੱਕੀ ਹੈ। ਤੋ ਭੰਗ ਹਤੀ ਦੇਖ ਛਤਰੂ ਮਦਾਨੋ। ਅਸੀਂ ਤਾਂ ਬੈਰੀਆਂ ਦੁਸ਼ਮਣਾਂ ਨੂੰ ਸਾਹਮਣੇ ਦੇ ਕਰਕੇ ਜਦੋਂ ਬੰਦੂਕਾਂ ਚਲਾਈਆਂ, ਉਹਨਾਂ ਦੀ ਤਾਂ ਫਿਰ ਹੋਸ਼ ਹੀ ਗੁੰਮ ਕਰ ਦਿੱਤੀ ਸੀ। ਦੜਾ ਦਾੜ ਗੀਰੇ ਪਲੰਗ ਪਾਕਵ ਜੈਸੀ। ਜਿਵੇਂ ਪੱਕੇ ਹੋਏ ਫਲ ਹਵਾ ਦੇ ਨਾਲ ਟੁੱਟ ਕਰਕੇ ਨਾ ਧਰਤੀ ਦੇ ਉੱਪਰ ਗਿਰਿਆ ਕਰਦੇ ਹਨ। ਜਿਵੇਂ ਕਈ ਦਫਾ ਕਿਤੇ ਅੰਧੇਰੀ ਤੇਜ਼ ਵਗਣ ਲੱਗ ਪਏ, ਬੜੇ ਫਲ ਆਪਣੇ ਆਪ ਹੀ ਟਾਹਣੀਆਂ ਦੇ ਨਾਲੋਂ ਥੱਲੇ ਗਿਰਨ ਲੱਗ ਜਾਂਦੇ ਹਨ। ਸੱਚੇ ਪਾਤਸ਼ਾਹ ਵੀ ਇਸੇ ਤਰ੍ਹਾਂ ਬੜੇ ਤੁਰਕਾਂ ਮੁਗਲਾਂ ਪਠਾਣਾਂ ਦਾ ਨਾਸ ਕੀਤਾ ਸੀ। ਮਹਾ ਬੁੱਧ ਅੰਧੀ ਹਤੀ ਸ਼ੀਗਰ ਤੈਸੀ। ਇਹ ਅਕਲ ਦੇ ਅੰਨਿਆਂ ਨੂੰ ਅਸੀਂ ਤਾਂ ਥੋੜ੍ਹੇ ਟਾਈਮ ਦੇ ਅੰਦਰ ਅੰਦਰ ਹੀ ਸਾਤਰ ਬਾਹ ਕਰਕੇ ਇਹਨਾਂ ਦੇ ਮੂੰਹ ਪਿੱਛੇ ਨੂੰ ਮੋੜ ਦਿੱਤੇ ਸਨ। ਉਦੀ ਸਿੰਘ ਸੰਗੀ ਦਇਆ ਸਿੰਘ ਦੋਊ। ਜਦੋਂ ਭਾਈ ਦਇਆ ਸਿੰਘ ਪੰਜਾਂ ਪਿਆਰਿਆਂ ਦੇ ਮੁਖੀ ਤੇ ਭਾਈ ਉਦੈ ਸਿੰਘ ਇਹਨਾਂ ਦੇ ਸਾਹਮਣੇ ਚੱਲ ਕਰਕੇ ਆਏ ਸਨ। ਪਹੁੰਚੀ ਜਬੈ ਹੀਲ ਕੋ ਓਜ ਜੋਊ। ਇਹੋ ਜਿਹਾ ਜਦੋਂ ਬਲ ਲਗਾ ਕਰਕੇ ਇਹਨਾਂ ਦੇ ਉੱਪਰ ਸਾਰਿਆਂ ਨੇ ਹਮਲਾ ਕੀਤਾ ਸੀ। ਗਿਰੇ ਬ੍ਰਿੰਦ ਕੋਰਾ ਮਰੇ ਵੀਰ ਮਾਨੀ। ਮਹਾਰਾਜ ਇਹ ਜਿਹੜੇ ਮਾਨੀ ਹੰਕਾਰੀ ਬੜੇ ਮੁਗਲ ਪਠਾਨ ਧਰਤੀ ਦੇ ਉੱਪਰ ਗਿਰਨ ਲੱਗ ਪਏ ਸਨ। ਮਰੇ ਪੁੰਜ ਕੈਸੇ ਨਹੀਂ ਜਾਏ ਜਾਨੀ। ਪਰ ਇਹਨਾਂ ਨੂੰ ਇਸ ਗੱਲ ਦੀ ਕੋਈ ਵੀ ਸਮਝ ਨਹੀਂ ਪੈਂਦੀ ਸੀ
ਵੀ ਸਾਡੇ ਇਤਨੇ ਜਵਾਨ ਸਿਪਾਹੀ ਘੋੜੇ ਇਹ ਪਤਾ ਨਹੀਂ ਕਿਵੇਂ ਮੈਦਾਨੇ ਜੰਗ ਦੇ ਵਿੱਚ ਮਰ ਰਹੇ ਹਨ। ਪ੍ਰਭੂ ਫਿਰ ਬੋਲੇ ਲਰੋ ਰਾਖ ਦਾਊ। ਇਹ ਸੁਣ ਕਰਕੇ ਦੀਨ ਦੁਨੀਆ ਦੇ ਮਾਲਕ ਨੇ ਹੁਕਮ ਕੀਤਾ ਵੀ ਤੁਸੀਂ ਆਪਣੇ ਮੋਰਚਿਆਂ ਦੇ ਵਿੱਚ ਬੈਠਿਆਂ ਬਿਠਾਇਆ ਹੀ ਇਹਨਾਂ ਦੇ ਨਾਲ ਜੰਗ ਕਰਨਾ ਹੈ। ਫਿਰੋ ਮੋਰਚਾ ਮੈਂ ਨਾ ਹੂਜੋ ਅਗਾਊ। ਕਿਸੇ ਵੀ ਯੋਧੇ ਸੂਰਮੇ ਨੇ ਮੋਰਚਿਆਂ ਚੋਂ ਬਾਹਰ ਜਾਣ ਦੀ ਕੋਸ਼ਿਸ਼ ਨਹੀਂ ਕਰਨੀ ਹੈ। ਕਰੈ ਨੇਰ ਸ਼ਤਰੂ ਤਬੈ ਤੱਕ ਮਾਰੋ। ਜਿਹੜਾ ਕੋਈ ਬੈਰੀ ਦੁਸ਼ਮਣ ਨੇੜੇ ਆ ਗਿਆ ਤੇ ਨਾਲ ਦੀ ਨਾਲ ਉਹਦੇ ਵੱਲ ਬੰਦੂਕ ਦੇ ਵਿੱਚੋਂ ਗੋਲੀ ਚਲਾ ਦੇਣੀ ਹੈ। ਸਾਵਧਾਨ ਬੈਠੋ ਨਹੀਂ ਇਹ ਬਹਾਰ ਹੋ। ਜੇ ਸਾਵਧਾਨ ਹੋ ਕਰਕੇ ਮੋਰਚਿਆਂ 'ਚ ਬੈਠੋਗੇ ਫਿਰ ਤੁਹਾਡੀ ਕਦੇ ਵੀ ਹਾਰ ਨਹੀਂ ਹੋਣੀ ਹੈ। ਦਿਓ ਸਾਲ ਪਤਰੰ ਲੱਗੀ ਕਾਬ ਜਾਹੀ। ਜਿਨ੍ਹਾਂ ਸਿੰਘਾਂ ਦੇ ਸਰੀਰਾਂ ਦੇ ਉੱਪਰ ਬੜੇ ਬੜੇ ਜ਼ਖਮ ਹੋ ਚੁੱਕੇ ਸੀ, ਸਤਿਗੁਰੂ ਜੀ ਨੇ ਜਿਹੜੀ ਆ ਸਾਲ ਪੱਤਰ ਨਾਮ ਦੀ ਮੱਲਮ ਸਾਰਿਆਂ 'ਚ ਵਰਤਾ ਦਿੱਤੀ ਸੀ। ਕਸਾਬੈ ਲਗਾਵੈ ਬਚਾਵੈ ਸੋ ਤਾਹੀ। ਜਿਨ੍ਹਾਂ ਨੇ ਜ਼ਖਮਾਂ ਦੇ ਉੱਪਰ ਉਹ ਜਿਹੜੀ ਮੱਲਮ ਲਗਾ ਦਿੱਤੀ ਹੈ। ਕੋ 4 ਜਾਮੰ ਕੋ 8 ਜਾਮੰ। ਭਾਵੇਂ ਜ਼ਖਮ ਜਿਤਨਾ ਮਰਜ਼ੀ ਵੱਡਾ ਚਾਹੇ ਛੋਟਾ, ਕਿਸੇ ਦੇ 4 ਪੈਰਾਂ 'ਚ ਤੇ ਕਿਸੇ ਦੇ 8 ਪੈਰਾਂ 'ਚ, ਸਾਰਿਆਂ ਦੇ ਜ਼ਖਮ ਬਿਲਕੁਲ ਰਾਜੀ ਹੋ ਗਏ ਸਨ। ਮਿਲੈ ਕਬ ਦੇਹੰ ਸੋ ਪਾਵੈ ਆਰਾਮੰ। ਦਿਨ ਚੜ੍ਹਦੇ ਨੂੰ ਵੱਡੇ ਵੱਡੇ ਜਿਹੜੇ ਜ਼ਖਮੀ ਯੋਧੇ ਸੂਰਮੇ ਜੰਗ ਕਰਨ ਦੇ ਲਈ ਤਿਆਰ ਹੋ ਜਾਂਦੇ ਸੀ। ਮਰੇ ਸਿੰਘ ਕੀਤੀ ਗਈ ਦੇਵ ਲੋਕੰ। ਜਿਨ੍ਹਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਉਹ ਫਿਰ ਬਹੁਤ ਸਾਰੇ ਸੁਰਗਾਂ ਦੇ ਵਿੱਚ ਵੀ ਚਲੇ ਗਏ ਹਨ। ਸੁਖੰ ਪਾਈ ਸਾਰੀ ਮਿਟੀ ਸਰਬ ਸ਼ੋਕੰ। ਜਿਨ੍ਹਾਂ ਦੇ ਮਨ ਦੇ ਵਿੱਚ ਕੋਈ ਕਾਮਨਾ ਨਹੀਂ, ਨਿਸ਼ਕਾਮ ਹੋ ਕਰਕੇ ਧਰਮ ਦਾ ਯੁੱਧ ਕਰ ਰਹੇ ਸਨ ਕਿ ਉਹਨਾਂ ਨੂੰ ਪਰਲੋਕ ਦੇ ਵਿੱਚ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਗਈ ਹੈ। ਕਿਉ ਖਾਨ ਪਾਨੰ ਭਈ ਸਾਵਧਾਨੰ। ਰਾਤ ਦੇ ਵਕਤ ਗੁਰੂ ਕੇ ਪਿਆਰਿਆਂ ਨੇ ਲੰਗਰ ਵਗੈਰਾ ਛਕਿਆ ਤੇ ਦਿਨ ਚੜ੍ਹਦੇ ਨੂੰ ਫਿਰ ਆਪਣੀਆਂ ਤਿਆਰੀਆਂ ਕਰਨ ਲੱਗ ਪਏ ਸਨ। ਤੇਰੇ ਮੋਰਚਾ ਮੈਂ ਮਹਾ ਓਜ ਬਾਨੰ। ਜਿਨ੍ਹਾਂ ਯੋਧੇ ਸੂਰਮਿਆਂ ਦੇ ਸਰੀਰਾਂ ਦੇ ਵਿੱਚ ਬੜਾ ਬਲ ਬੜਾ ਜ਼ੋਰ ਭਰਿਆ ਹੋਇਆ ਸੀ, ਉਹ ਰਾਤ ਦੇ ਟਾਈਮ ਤੇ ਫਿਰ ਮੋਰਚਿਆਂ 'ਚ ਡਟ ਕਰਕੇ ਬੈਠ ਗਏ ਹਨ। ਰਹੀ ਜਾਗ ਆਦੀ ਪਰੀ ਆਦ ਸੋਈ। ਜੋ ਹੈ ਸਤਿਗੁਰੂ ਜੀ ਦੀ ਸੈਨਾ, ਉਹਦੇ ਵਿੱਚੋਂ ਅੱਧੇ ਤਾਂ ਹੁਣ ਆਪੋ ਆਪਣੇ ਡੇਰਿਆਂ 'ਚ ਆਰਾਮ ਕਰਨ ਲੱਗ ਪਏ ਸੀ। ਅੱਧਿਆਂ ਦੀ ਜਿਹੜੀ ਸੇਵਾ ਮਹਾਰਾਜ ਨੇ ਪਹਿਰੇ ਦੇ ਉੱਪਰ ਲਗਾ ਦਿੱਤੀ ਹੈ। ਤੋ ਪੰਗੈ ਚਲਾਵੈ ਜੇ ਟੂਕੈ ਨਾ ਕੋਈ। ਰਾਤ ਨੂੰ ਇਹਨਾਂ ਮੁਗਲਾਂ ਪਠਾਣਾਂ ਦੇ ਮਨ ਦੇ ਅੰਦਰ ਡਰ ਪੈਦਾ ਕਰਨ ਦੇ ਲਈ ਯੋਧੇ ਸੂਰਮੇ ਟਾਮੀ ਬੰਦੂਕਾਂ ਦੇ ਵਿੱਚੋਂ ਆਪਣੀ ਗੋਲੀ ਵੀ ਚਲਾਈ ਜਾਂਦੇ ਸਨ। ਬੀਤੀ ਰਾਤ ਐਸੀ ਭਈ ਪ੍ਰਾਤ ਪੇਰੰ। ਜਦੋਂ ਅਗਲਾ ਜਿਹੜਾ ਦਿਨ ਚੜ ਚੁੱਕਿਆ ਸੀ, ਬਜੀ ਬ੍ਰਿੰਦ ਬਾਜੀ ਸੋ ਨਾਦੰ ਉਚੇਰੰ। ਮੇਨ ਗੇਟ ਦੇ ਉੱਪਰ ਜਿਹੜੀ ਹੈ ਨੌਬਤ ਹੈ, ਨਗਾਰੇ ਵਗੈਰਾ ਵੱਜਣ ਲੱਗ ਪਏ ਹਨ। ਨਗਾਰੇ ਬਜੀ ਢੋਲ ਬਾਜੀ ਸ਼ਨਾਈ। ਤੂਤੀਆਂ ਨਫੇਰੀਆਂ ਮਗੋ ਸੰਗਤਾਂ ਦੇ ਮਨ ਦੇ ਅੰਦਰ ਬੜੀ ਖੁਸ਼ੀ ਬੜਾ ਆਨੰਦ ਪੈਦਾ ਕਰਨ ਦੇ ਲਈ ਵੱਜਣ ਲੱਗ ਪਈਆਂ ਹਨ। ਗੁਰੂ ਪੌਰ ਮੈਂ ਨਵਤੰ ਸੋ ਬਜਾਈ। ਜਿਹੜੀ ਨੌਬਤ ਖੁਸ਼ੀ ਦਾ ਸੂਚਕ, ਇਹ ਤਾਂ ਸਤਿਗੁਰੂ ਜੀ ਦੇ ਦਰਵਾਜ਼ੇ ਤੇ ਹਰ ਵਕਤ ਵੱਜਦੀ ਹੀ ਰਹਿੰਦੀ ਹੈ। ਬਜੀ ਸੰਖ ਭੇਰੀ ਏਕੰ ਬਾਰ ਨਾਦੰ। ਇੱਕੋ ਵਾਰ ਵੱਡੇ ਵੱਡੇ ਸੰਖ ਤੂਤੀਆਂ ਨਫੇਰੀਆਂ ਜਦੋਂ ਵੱਜਦੀਆਂ, ਇਹਨਾਂ ਦੀ ਆਵਾਜ਼ ਪਹਾੜਾਂ ਤੱਕ ਵੀ ਸੁਣਾਈ ਦੇਣ ਲੱਗ ਜਾਂਦੀ ਹੈ। ਸਭੈ ਸਰੂਐ ਕੈ ਜਾਹਿ ਤੇ ਅਹਲਾਦੰ। ਇਹਨਾਂ ਨੂੰ ਸੁਣ ਕਰਕੇ ਯੋਧੇ ਸੂਰਮਿਆਂ ਦੇ ਮਨ ਦੇ ਵਿੱਚ ਬੜਾ ਉਤਸ਼ਾਹ ਤੇ ਬੜੀ
ਦਲੇਰੀ ਪੈਦਾ ਹੋ ਜਾਂਦੀ ਹੈ। ਨਿਸ਼ਾਨੀ ਛੰਦ ਗੁਰੂ ਹੁਕਮ ਤੇ ਵੱਜ ਉਠਿਓ ਰਣਜੀਤ ਨਗਾਰਾ। ਦਸ਼ਮੇਸ਼ ਪਿਤਾ ਦੇ ਹੁਕਮ ਦੇ ਨਾਲ ਉਸ ਸਮੇਂ ਫਿਰ ਉਹ ਰਣਜੀਤ ਨਗਾਰੇ ਦੇ ਉੱਪਰ ਵੀ ਦੋਹਰੀਆਂ ਚੋਭਾਂ ਲਗਾ ਦਿੱਤੀਆਂ ਹਨ। ਹੈ ਤਿਆਰੀ ਹੋਏ ਸੈਨ ਕੋ ਪ੍ਰਭੂ ਬਾਕ ਉਚਾਰਾ। ਜਦੋਂ ਦੋਹਰੀ ਚੋਭ ਵੱਜੀ ਨਾਲ ਦੀ ਨਾਲ ਯੋਧੇ ਸੂਰਮਿਆਂ ਨੇ ਆਪੋ ਆਪਣੇ ਘੋੜਿਆਂ ਤੇ ਕਾਠੀਆਂ ਪਾ ਲਈਆਂ ਹਨ। ਸਜੈ ਸ਼ਸਤਰ ਗਹਿ ਤੋਪਕ ਕੋ ਚੜ ਕੇ ਹਮ ਸੰਗਾ। ਉਸ ਸਮੇਂ ਸਤਿਗੁਰੂ ਜੀ ਕਹਿ ਲਗੇ, ਖਾਲਸਾ ਜੀ ਤੁਸੀਂ ਨਾ ਆਪਣੇ ਜਿਸਮਾਂ ਦੇ ਉੱਪਰ ਸਾਤਰ ਬਾਤਰ ਸਜਾ ਕਰਕੇ ਸਾਡੇ ਨਾਲ ਹੀ ਮੈਦਾਨੇ ਜੰਗ ਦੇ ਵਿੱਚ ਸਾਹਮਣੇ ਉਹਨਾਂ ਦਾ ਮੁਕਾਬਲਾ ਕਰਨ ਦੇ ਲਈ ਜਾਣਾ ਹੈ। ਚਲ ਹੈ ਬਹਿਰ ਹਿਤ ਜੰਗ ਕੀ ਕਰਹਿ ਰਿਪ ਪੰਗਾ। ਹੁਣ ਜਿਹੜੇ ਮੁਗਲ ਪਠਾਨ ਚੜ ਕਰਕੇ ਆਏ ਸਨ ਉਹਨਾਂ ਦੀ ਅੱਜ ਭਾਵਨਾ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਪੂਰੀ ਕਰ ਦੇਣੀ ਹੈ। ਸੁਣ ਤਾਂ ਪ੍ਰਭੂ ਤੇ ਖਾਲਸਾ ਕੀਨ ਸਤਬ ਤਿਆਰੀ। ਉਹ ਸਤਿਗੁਰੂ ਜੀ ਮੈਦਾਨੇ ਜੰਗ ਦੇ ਵਿੱਚ ਸਾਹਮਣੇ ਹੋ ਕਰਕੇ ਨਾ ਇਹਨਾਂ ਦਾ ਮੁਕਾਬਲਾ ਆਪਣੇ ਗੁਰਸਿੱਖਾਂ ਦੇ ਪਾਸੋਂ ਕਰਵਾਉਣਾ ਚਾਹੁੰਦੇ ਹਨ। ਜੀਨ ਤੁਰੰਗਮ ਡਾਲ ਕਰ ਉਤਸ਼ਾਹਤ ਭਾਰੀ। ਜਿਵੇਂ ਜਿਵੇਂ ਰਣਜੀਤ ਨਗਾਰਾ ਵੱਜਿਆ ਕੱਲੇ ਕੱਲੇ ਯੋਧੇ ਸੂਰਮੇ ਨੇ ਆਪੋ ਆਪਣੇ ਘੋੜਿਆਂ ਤੇ ਕਾਠੀਆਂ ਕੱਸ ਲਈਆਂ ਹਨ। ਕਸੀ ਕਮਰ ਅਸ ਪਾਏ ਗਰ ਸਜ ਛਿਪਰ ਪਿਛਾਰੀ। ਐਸੇ ਤਰ੍ਹਾਂ ਗਾਤਰੇ ਤਲਵਾਰਾਂ ਮੋਢਿਆਂ ਦੇ ਪਿਛਲੇ ਪਾਸੇ ਵੱਡੀਆਂ ਵੱਡੀਆਂ ਢਾਲਾਂ ਬਣ ਲਈਆਂ ਹਨ। ਤੋਮਰ ਸੇਲਾ ਸਾਂਗ ਕਰ ਕਿਨ ਬਰਸ਼ੀ ਤਾਰੀ। ਕਿਸੇ ਨੇ ਨੇਜੇ ਕਿਸੇ ਨੇ ਬਰਸੇ ਔਰ ਬਰਸੀਆਂ ਆਪਣੇ ਹੱਥ ਦੇ ਵਿੱਚ ਪਕੜ ਲਈਆਂ ਹਨ। ਭਏ ਪਿਛਾਰੀ ਗੁਰੂ ਕੀ ਤਜ ਦੁਰਗ ਜੋ ਦਵਾਰਾ। ਸਤਿਗੁਰੂ ਜੀ ਨੇ ਸਾਰਿਆਂ ਤੋਂ ਅੱਗੇ ਪਿੱਛੇ ਪਿੱਛੇ ਬੜੇ ਯੋਧੇ ਸੂਰਮੇ ਬੇਖੌਫ ਵੇ ਡਰ ਹੋ ਕਰਕੇ ਜਾ ਰਹੇ ਹਨ। ਬਹਿਰ ਗਈ ਹਿਤ ਲਰਨ ਕੀ ਵੱਡ ਮੰਡ ਅਖਾਰਾ। ਸਤਿਗੁਰੂ ਜੀ ਬਾਹਰ ਖੁੱਲੀ ਜਗ੍ਹਾ ਤੇ ਆਪਣੇ ਆਪ ਹੀ ਇਹਨਾਂ ਦੇ ਨਾਲ ਯੁੱਧ ਕਰਨ ਦੇ ਲਈ ਪਹੁੰਚ ਗਏ ਹਨ। ਜਬਰਾ ਤੁਰਕ ਵਜੀਦ ਦਵੈ ਦੀਕਤ ਭੈ ਸੈਨਾ। ਜਦੋਂ ਜ਼ਬਰਦਸਤ ਖਾਨ ਤੇ ਵਜੀਦੇ ਦੀ ਨਿਗਾਹ ਸਤਿਗੁਰੂ ਜੀ ਦੀ ਸੈਨਾ ਦੇ ਉੱਪਰ ਪਈ ਸੀ। ਦੂਰ ਬੀਨ ਅਨਵਾਈ ਕੈ ਆਗੇ ਧਰਨ ਨਾ। ਉਸ ਸਮੇਂ ਭੀਮ ਚੰਦ ਨੂੰ ਪੁੱਛਣ ਲੱਗੇ ਦੂਰ ਬੇਨ ਲਗਾ ਕਰ ਕੇ। ਭੀਮ ਚੰਦ ਬੈਠਿਓ ਨਿਕਟ ਬੂਝਨ ਕੋ ਕੀਨਾ। ਭੀਮ ਚੰਦ ਵੀ ਇਹਨਾਂ ਦੋਵੇਂ ਸੂਬਿਆਂ ਦੀ ਖੁਸ਼ਾਮਦ ਕਰਨ ਦੇ ਲਈ ਨੇੜੇ ਬੈਠਾ ਹੈ। ਜਦੋਂ ਉਹਨਾਂ ਨੇ ਦੇਖ ਲਿਆ ਵੀ ਗੁਰੂ ਜੀ ਦੇ ਯੋਧੇ ਸੂਰਮੇ ਇਹ ਤਾਂ ਅੱਜ ਆਨੰਦਪੁਰ ਤੋਂ ਬਾਹਰਲੇ ਪਾਸੇ ਜੰਗ ਕਰਨ ਦੇ ਲਈ ਤੁਰ ਪਏ ਹਨ। ਚੜੀ ਤੁਰੰਗਨ ਪਰ ਚਮੋ ਨਿਕਸੀ ਬਲ ਪੀਨਾ। ਘੋੜਿਆਂ ਤੇ ਸਵਾਰ ਹੋ ਕਰਕੇ ਖਾਲਸਾ ਜਦੋਂ ਆਨੰਦਪੁਰ ਤੋਂ ਬਾਹਰਲੇ ਪਾਸੇ ਆਇਆ ਸੀ ਦੁਰਗ ਪੌਰ ਤੇ ਬਹਿਰ ਕੋ ਉਮੜਤ ਹਿਤ ਆਵੇ। ਦੇ ਲਿਆ ਵੀ ਇਹ ਬੜੇ ਯੋਧੇ ਸੂਰਮੇ ਦੇਖੋ ਆ ਸਾਹਮਣੇ ਜਿਹੜਾ ਕਿਲੇ ਦਾ ਦਰਵਾਜ਼ਾ ਹੈ ਨਾ ਉਹਦੇ ਵਿੱਚੋਂ ਬਾਹਰ ਨਿਕਲ ਆਏ ਹਨ। ਇਨ ਮਹਿ ਗੁਰ ਹੈ ਕੋ ਨਹੀਂ ਸਭ ਮੋਹਿ ਦਿਸਾਵੋ। ਦੋਵੇਂ ਸੂਬੇ ਪੁੱਛਣ ਲੱਗੇ ਭੀਮ ਚੰਦ ਨੂੰ ਵੀ ਇਹਨਾਂ ਦੇ ਵਿੱਚ ਗੁਰੂ ਜੀ ਹੈਗੇ ਨੇ ਜਾਂ ਫਿਰ ਨਹੀਂ ਚੱਲ ਕਰਕੇ ਆਏ ਹਨ। ਭੀਮ ਚੰਦ ਦੁਰਬੀਨ ਤੀ ਦੇਖਿਓ ਬਚ ਪਾਖੀ। ਭੀਮ ਚੰਦ ਨੇ ਤਾਂ ਪਹਿਲਾਂ ਵੀ ਪਤਾ ਨਹੀਂ ਕਿਤਨੀ ਦਫਾ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੇ ਦੀਵਾਨ ਦੇ ਵਿੱਚ ਆ ਕਰਕੇ ਦੀਦਾਰ ਕੀਤੇ ਹੋਏ ਸਨ। ਜਦੋਂ ਇਹਨੇ ਦੌਰਬੀਨ ਆਪਣੇ ਹੱਥ ਦੇ ਵਿੱਚ ਪਕੜ ਕਰਕੇ ਸਾਹਮਣੇ ਤੱਕਿਆ ਸੀ। ਦੇਖੋ ਕਾਨ ਜੀ ਅਗਰ ਸਭ ਰਨ ਕੋ ਅਬਲਾਖੀ। ਜ਼ਬਰਦਸਤ ਖਾਨ ਉਹ ਸਮਝਾਉਣ ਲੱਗਿਆ, ਇਹ ਖਾਨ ਸਾਹਿਬ ਦੇਖ ਲਓ ਗੁਰੂ ਜੀ ਕਿਤਨੇ ਵੱਡੇ ਜਰਨੈਲ ਯੋਧੇ ਬਹਾਦਰ ਸੂਰਮੇ ਆਪਣੇ ਖਾਲਸੇ ਤੋਂ ਨਾ ਸਾਰਿਆਂ ਤੋਂ ਅੱਗੇ ਆ ਰਹੇ ਹਨ। ਕੰਚਨ ਜੀਨ ਤੁਰੰਗ ਪਰ ਜਾਹਰ ਚਮਕਾਵੇ। ਗੁਰੂ ਜੀ ਦੇ ਘੋੜੇ ਦੇ ਉੱਪਰ
ਸੋਨੇ ਰੰਗ ਦੀ ਜਿਹੜੀ ਕਾਠੀ ਪਾਈ ਹੋਈ ਹੈ, ਜਿਹਦੇ ਵਿੱਚੋਂ ਬੜੀਆਂ ਚਮਕਾਂ ਦਮਕਾਂ ਵੀ ਨਿਕਲ ਰਹੀਆਂ ਸਨ। ਜਰੀ ਜਵਾਹਰ ਜਗਮਗਤ ਜੋ ਫੰਦ ਧਿਆਵੈ। ਭੀਮ ਚੰਦ ਨੇ ਸਮਝਾਇਆ ਉਸ ਸਮੇਂ ਜ਼ਬਰਦਸਤ ਖਾਨ ਨੂੰ ਵੀ ਦੇ ਲਓ, ਕਾਠੀ ਦੇ ਵਿੱਚ ਵੀ ਹੀਰੇ ਜਵਾਹਰ ਆਦਿਕ ਜੜੇ ਹੋਏ ਹਨ, ਤੇ ਗੁਰੂ ਜੀ ਦਾ ਜਿਹੜਾ ਘੋੜਾ ਇਤਨਾ ਬਲਵਾਨ ਇਤਨਾ ਚੰਚਲ ਹੈ, ਜਿਹਦੇ ਪੌੜ ਵੀ ਮਸਾ ਮਸਾ ਧਰਤੀ ਦੇ ਉੱਪਰ ਟਿਕਦੇ ਹਨ। ਨੀਲਾ ਬਰਨ ਛਬੀਲ ਹੈ ਤਿਸ ਪਰ ਅਸਵਾਰੂ। ਉਹ ਦੇਖੋ ਸਾਹਮਣੇ ਨੀਲੇ ਰੰਗ ਦਾ ਬਹੁਤ ਵੱਡਾ ਬਲਵਾਨ ਘੋੜਾ, ਉਹਦੇ ਉੱਪਰ ਗੁਰੂ ਜੀ ਅਸਵਾਰ ਹੋ ਕਰਕੇ ਅੱਗੇ ਨੂੰ ਆ ਰਹੇ ਹਨ। ਮੋਢੇ ਸਬਜ ਕਮਾਨ ਹੈ ਗਰ ਖੜਗ ਉਦਾਰੂ। ਸਤਿਗੁਰੂ ਜੀ ਨੇ ਗਾਤਰੇ ਫੌਲਾਦੀ ਲੋਹੇ ਦੀ ਸ੍ਰੀ ਸਾਹਿਬ ਇਸੇ ਤਰ੍ਹਾਂ ਮੋਢਿਆਂ ਦੇ ਵਿੱਚ ਬਹੁਤ ਵੱਡਾ ਭਾਰਾ ਮਜ਼ਬੂਤ ਧਨੁਸ਼ ਸਬਜ਼ੇ ਰੰਗ ਦਾ ਧਾਰਨ ਕੀਤਾ ਹੋਇਆ ਸੀ। ਜਿਗਾ ਸੀਸ ਪਰ ਦਮਕਤੀ ਲਾਗੇ ਗਨ ਹੀਰੇ। ਫਿਰ ਕਹਿ ਲੱਗਿਆ ਵੀ ਦੇ ਲਓ, ਜਿਹੜੀਆਂ ਸੋਨੇ ਰੰਗ ਦੀ ਕਲਗੀ, ਉਹਦੇ ਵਿੱਚ ਵੀ ਹੀਰੇ ਜਵਾਹਰ ਆਦਿਕ ਲੱਗੇ ਹੋਏ ਕਿਵੇਂ ਦਮਕ ਰਹੇ ਹਨ। ਉੱਚੀ ਕਲੰਗੀ ਝੋਲਤੀ ਜਿਹ ਸ਼ੋਭਤ ਹੀਰੇ। ਜੋ ਸਤਿਗੁਰੂ ਜੀ ਦੀ ਸੋਨੇ ਦੀ ਬਣੀ ਹੋਈ ਸੁੰਦਰ ਕਲਗੀ ਦੇ ਲੋ ਕਿਵੇਂ ਝੋਲ ਰਹੀ ਹੈ। ਸੋ ਗੋਬਿੰਦ ਸਿੰਘ ਸਤਿਗੁਰੂ ਹਿਤ ਲਰਨ ਅਰੂੜਾ। ਭੀਮ ਚੰਦ ਕਹਿਣ ਲੱਗਿਆ ਖਾਨ ਸਾਹਿਬ, ਇਹ ਨੇ ਗੁਰੂ ਜੀ, ਇਹ ਹੁਣ ਬੜਾ ਭਿਆਨਕ ਜੰਗ ਕਰਨ ਦੇ ਲਈ ਤਿਆਰ ਹੋ ਗਏ ਨੇ। ਕਰੀ ਖੇਤਿਅਬ ਪਟਨ ਕੋ ਬਲ ਗਨ ਕਰ ਗੂੜਾ। ਜਦੋਂ ਇਹ ਮੈਦਾਨੇ ਖੇਤਰ ਦੇ ਵਿੱਚ ਆ ਗਏ, ਦੇ ਲੋ ਫਿਰ ਪਤਾ ਲੱਗ ਜੂ ਵੀ ਕਿਤਨੇ ਆਪਣੇ ਜਵਾਨ ਸਿਪਾਹੀਆਂ ਨੂੰ ਗੁਰੂ ਜੀ ਨੇ ਖਤਮ ਕਰ ਦੇਣਾ। ਕਰ ਦੀਜੈ ਤੋਪੈ ਸ਼ੁਰੂ ਮਾਰੋ ਗਨ ਗੋਰੀ। ਭੀਮ ਚੰਦ ਕਹਿਣ ਲੱਗਿਆ ਵੀ ਆਪਾਂ ਇਹਨਾਂ ਦੀ ਆਉਣ ਤੋਂ ਪਹਿਲਾਂ ਹੀ ਤੋਪ ਦੇ ਵਿੱਚੋਂ ਵੱਡੇ ਵੱਡੇ ਗੋਲੇ ਚਲਾ ਦਿੰਨੇ ਆ। ਸਹਿਤ ਸੈਨ ਕੀ ਉਡਹਿ ਕਿਤ ਨਹਿ ਪ੍ਰਾਪਤ ਟੋਰੀ। ਇੱਕ ਗੋਲਾ ਲੱਗਣ ਦੀ ਦੇਰ ਹੈ ਤੇ ਗੁਰੂ ਜੀ ਨੇ ਆਪਣੀਆਂ ਫੌਜਾਂ ਦੇ ਸਮਾਤ ਪਤਾ ਨਹੀਂ ਕਿੱਧਰ ਨੂੰ ਅਸਮਾਨ ਦੇ ਵਿੱਚ ਉੱਡ ਜਾਣਾ ਹੈ। ਹੋਤੀ ਤੋਪ ਗਨ ਤਿਆਰ ਤਬ ਤਿਨ ਹੁਕਮ ਬਖਾਨਾ। ਇਹਨਾਂ ਨੇ ਆਪਣੀਆਂ ਤੋਪਾਂ ਤਾਂ ਪਹਿਲਾਂ ਹੀ ਐਨ ਤਿਆਰ ਕਰਕੇ ਧਰਤੀ ਦੇ ਉੱਪਰ ਖੜੀਆਂ ਕੀਤੀਆਂ ਹੋਈਆਂ ਸਨ। ਸਾਤ ਮਤਾਬੀ ਦਾਗ ਦੀ ਉਠ ਨਾਦ ਮਹਾਨਾ। ਗੋਲਾ ਪਾ ਕੇ ਤੋਪ ਜੀ ਨੇ ਜਦੋਂ ਉਸ ਦੀ ਮਹਤਾਬੀ ਨੂੰ ਅੱਗ ਲਗਾਈ ਸੀ, ਬਹੁ ਜਵਾਲਾ ਕੋ ਬਮਨਤੀ ਤਹ ਤਰਾ ਹਿਲਾਈ। ਮਹਤਾਬੀ ਨੂੰ ਅੱਗ ਲੱਗਣ ਦੀ ਦੇਰ ਹੈ, ਇਤਨੀ ਭਿਆਨਕ ਆਵਾਜ਼ ਆਈ ਵੀ ਜਿਸ ਨੇ ਇਹ ਧਰਤੀ ਵੀ ਹਿੱਲਣ ਲਗਾ ਦਿੱਤੀ ਸੀ। ਧੂਮ ਧਾਰ ਅੰਧਾਰ ਪਾ ਕੁਛ ਲਖਿਆ ਨਾ ਜਾਈ। ਚਾਰੇ ਪਾਸੇ ਗੋਲੇ ਚੱਲਣ ਕਰਕੇ ਧੂਆਂ ਧਾਰ ਬੜੀ ਦੂਰ ਤੱਕ ਫੈਲ ਚੁੱਕਿਆ ਸੀ। ਹਾਲੀ ਸੈਲ ਤੇ ਪ੍ਰਤ ਧੁਨੀ ਅਰਡਾਟ ਉਠਾਈ। ਇਹੋ ਜਿਹਾ ਉਸ ਸਮੇਂ ਤੋਪ ਦੇ ਵਿੱਚੋਂ ਅਰਡਾਟ ਨਿਕਲ ਗਿਆ ਵੀ ਵੱਡੇ ਵੱਡੇ ਜਿਹੜੇ ਪਹਾੜੋਂ ਵੀ ਗੂੰਜਣ ਲੱਗ ਪਏ ਸਨ। ਗੋਰੇ ਗਨ ਐਸੀ ਚਲੀ ਕਿਤ ਚੋਹਨ ਨਾ ਪਾਈ। ਇਹਨਾਂ ਨੇ ਤੋਪ ਦੇ ਵਿੱਚੋਂ ਗੋਲੇ ਤਾਂ ਬੜੇ ਚਲਾ ਦਿੱਤੇ, ਪਰ ਕੋਈ ਵੀ ਗੋਲਾ ਦੀਨ ਦੁਨੀਆ ਦੇ ਮਾਲਕ ਦੇ ਨੇੜੇ ਨਹੀਂ ਪਹੁੰਚ ਸਕਿਆ ਸੀ। ਗੁਰ ਸਮੇਤ ਸਭ ਖਾਲਸਾ ਰਿਪ ਸਨਮੁਖ ਚਾਲਾ। ਸਤਿਗੁਰੂ ਜੀ ਦੇ ਸਮੇਤ ਜੋ ਦੇ ਸੂਰਮੇ ਉਸੇ ਤਰ੍ਹਾਂ ਸਿੱਧੇ ਇਹਨਾਂ ਦੇ ਵੱਲ ਹੀ ਤੁਰੇ ਆ ਰਹੇ ਹਨ। ਤੜਾ ਭੜੀ ਬੰਦੂਕ ਕੀ ਛੋਰੀ ਤਬ ਜਾਲਾ। ਸਤਿਗੁਰੂ ਜੀ ਦੇ ਜੋਧਾ ਸੂਰਮਿਆਂ ਨੇ ਆਉਣ ਸਾਰ ਤਾੜ ਤਾੜ ਕਰਕੇ ਬੰਦੂਕਾਂ ਦੇ ਵਿੱਚ ਗੋਲੀਆਂ ਇਹਨਾਂ ਦੇ ਵੱਲ ਚਲਾ ਦਿੱਤੀਆਂ ਸਨ। ਹੀਰੇ ਗੋਰੇ ਗਗਨ ਕੋ ਉੱਚੇ ਬਹੁ ਚਾਲੀ। ਪਰ ਜਦੋਂ ਜ਼ਬਰਦਸਤ ਖਾਨ ਤੇ ਵਜੀਦਾ ਦੇ ਦੇ ਵੀ ਸਾਡੇ ਤਾਂ ਤੋਪ ਦੇ ਵਿੱਚੋਂ ਚਲਾਏ ਹੋਏ ਗੋਲੇ ਸਾਰੇ ਇਹ ਅਸਮਾਨ ਦੇ ਵੱਲ ਉੱਪਰ ਹੀ
ਜਾ ਰਹੇ ਹਨ। ਸੋਬੇ ਗਾਰ ਨਿਕਾਰ ਕੈ ਚਿਰਕੰਤ ਵਿਸਾਲੀ। ਜਿਹੜਾ ਵਿਚਾਰਾ ਤੋਪ ਜੀ ਹੈ, ਨੌਕਰ ਇਹਨਾਂ ਦਾ, ਉਹਨਾਂ ਨੂੰ ਬੜੀਆਂ ਗਾਲਾਂ ਕੱਢਣ ਲੱਗ ਪਏ ਗੁੱਸੇ ਦੇ ਵਿੱਚ ਹੋ ਕੇ ਵੀ ਇਤਨੇ ਗੋਲੇ ਉੱਦਾਂ ਹੀ ਚਲਾਏ, ਇੱਕ ਵੀ ਗੋਲਾ ਗੁਰੂ ਜੀ ਦੀ ਫੌਜ ਦੇ ਉੱਪਰ ਜਾ ਕਰਕੇ ਨਹੀਂ ਲੱਗਿਆ। ਬੜਾ ਵਿਚਾਰਿਆ ਉਸ ਤੋਪ ਜੀ ਨੂੰ ਹੈ ਗੁੱਸੇ ਦੇ ਵਿੱਚ ਆ ਕੇ ਤਾੜਨ ਲੱਗ ਪਏ ਹਨ। ਇਲਮ ਤੋਪ ਕੋ ਕਿਤ ਗਇਓ ਕਿਤ ਲਗਿਓ ਨਾ ਗੋਰਾ। ਉਹਨਾਂ ਬਾਰ-ਬਾਰ ਦੋ ਲਾਂਤਾਂ ਪਾਉਂਦੇ ਹਨ ਵੀ ਆ ਜਿਹੜਾ ਤੇਰਾ ਇਲਮ ਹੈ ਤੋਪ ਨੂੰ ਚਲਾਉਣ ਦਾ, ਉਹ ਕਿੱਧਰ ਨੂੰ ਚਲਿਆ ਗਿਆ ਹੈ। ਸਨਮੁਖ ਆਵਤ ਦਲ ਚਲਿਓ ਸਿਰ ਏਕ ਨਾ ਫੋੜਾ। ਦੇਖੋ ਗੁਰੂ ਜੀ ਦੀ ਫੌਜ ਸਾਹਮਣੇ ਨੇੜੇ ਚਲੀ ਆ ਰਹੀ ਹੈ, ਉਹ ਤੇਰਾ ਜਿਹੜਾ ਇੱਕ ਵੀ ਗੋਲਾ ਜਾ ਕਰਕੇ ਉਹਨਾਂ ਦੇ ਸਿਰ ਦੇ ਵਿੱਚ ਨਹੀਂ ਵੱਜਿਆ। ਕਰ ਨੀਚੇ ਮੁਖ ਤੋਪ ਕੋ ਪੁਨ ਸ਼ਲਖ ਪ੍ਰਹਾਰਿਓ। ਉਹ ਤੋਂ ਬਾਅਦ ਇਹਨਾਂ ਨੇ ਉਹ ਜਿਹੜੇ ਤੋਪਾਂ ਦੇ ਮੂੰਹ ਥੋੜੇ ਜੇ ਨੀਵੇਂ ਕਰ ਦਿੱਤੇ ਸਨ। ਸ਼ਤਰੂ ਹਤੇ ਇਨਾਮ ਕੋ ਲੀਜੈ ਧਨ ਭਾਰੋ। ਇਹ ਜਿਹੜਾ ਸੂਬੇ ਕਹਿਣ ਲੱਗੇ ਵੀ ਕੁਵਾਰੀ ਜਦੋਂ ਤੈ ਆਪਣੇ ਬੈਰੀਆਂ ਦੁਸ਼ਮਣ ਨੂੰ ਨਾਸ਼ ਕਰ ਦੇਣਾ, ਫਿਰ ਤੈਨੂੰ ਸਾਡੇ ਵੱਲੋਂ ਬੜਾ ਇਨਾਮ ਵੀ ਪ੍ਰਾਪਤ ਹੋ ਜਾਏਗਾ। ਰਿਸਿਓ ਜਾਨ ਸੋਭਾ ਸਭੈ ਪੁਨ ਸ਼ਿਸ਼ਤ ਲਗਾਈ। ਔਰ ਜਦੋਂ ਇਹਨੇ ਵੀ ਦੇ ਲਿਆ ਵੀ ਇਹ ਸੂਬੇ ਤਾਂ ਮੇਰੇ ਉੱਪਰ ਬੜੇ ਨਾਰਾਜ਼ ਹੋਣ ਲੱਗ ਪਏ ਹਨ, ਫਿਰ ਇਹਨੇ ਵਿਚਾਰੇ ਨੇ ਤੋਪ ਦਾ ਜਿਹੜਾ ਮੂੰਹ ਦੇ ਕਰਕੇ ਉਹਦਾ ਨਿਸ਼ਾਨਾ ਸਿੱਧਾ ਸਤਿਗੁਰੂ ਜੀ ਦੇ ਵੱਲ ਕਰ ਦਿੱਤਾ ਸੀ। ਪੀਰ ਪੀਚ ਤਤਕਾਲ ਹੀ ਮੁਖ ਨਮਰ ਕਰਾਈ। ਜਦੋਂ ਤੋਪਾਂ ਦੇ ਮੂੰਹ ਥੋੜੇ ਜੇ ਨੀਵੇਂ ਕਰਕੇ ਫਿਰ ਗੋਲੇ ਚਲਾਉਣੇ ਸ਼ੁਰੂ ਕਰ ਦਿੱਤੇ ਸਨ। ਚਲੀ ਤੋਪਾਨ ਗਿਣਤ ਹੀ ਗੋਰੇ ਗਨ ਧਾਵੇਂ। ਆਣ ਗਿਣਤ ਤੋਪਾਂ ਦੇ ਵਿੱਚੋਂ ਇਹਨਾਂ ਨੇ ਪਤਾ ਨਹੀਂ ਕਿਤਨੇ ਜਿਹੜੇ ਗੋਲੇ ਦੀਨ ਦੁਨੀਆ ਦੇ ਮਾਲਕ ਔਰ ਖਾਲਸੇ ਵੱਲ ਛੱਡ ਦਿੱਤੇ ਸਨ। ਲੱਗਹਿ ਧਰਾ ਮਹਿ ਗਰ ਕਹਿਵੇ ਨਹਿ ਗੁਰ ਲਗ ਆਵੇ। ਪਰ ਇਹਨਾਂ ਦੇ ਚਲਾਏ ਹੋਏ ਗੋਲੇ ਸਾਰੇ ਧਰਤੀ ਦੇ ਵਿੱਚ ਹੀ ਗਰਕ ਹੋਈ ਜਾਂਦੇ ਹਨ। ਕੋਈ ਵੀ ਤੋਪ ਦੇ ਵਿੱਚੋਂ ਜਿਹੜਾ ਨਿਕਲਿਆ ਹੋਇਆ ਗੋਲਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨੇੜੇ ਤੇੜੇ ਵੀ ਨਹੀਂ ਲੱਗਿਆ ਸੀ। ਜਾਤ ਬਾਮ ਕੋ ਦਾਹਨੇ ਨਹਿ ਮੂਰਖ ਜਾਣੈ। ਮੂਰਖ ਮਤ ਵਾਲਿਆਂ ਨੂੰ ਇਸ ਗੱਲ ਦੇ ਬਾਰੇ ਕੋਈ ਪਤਾ ਨਹੀਂ। ਚਲਾਏ ਹੋਏ ਗੋਲੇ ਕੋਈ ਸੱਜੇ ਨੂੰ ਤੇ ਕੋਈ ਖੱਬੇ ਨੂੰ ਗਿਰ ਪੈਂਦਾ ਹੈ। ਬਾਜੂ ਬਾਰ ਬਨ ਆਦ ਗਨ ਆਇਸ ਪ੍ਰਭ ਮਾਨੈ। ਵੀ ਸਤਿਗੁਰੂ ਜੀ ਦੀ ਆਗਿਆ ਦੇ ਵਿੱਚ ਆ ਸਾਰੇ ਜਿਹੜੇ ਵੱਡੇ ਵੱਡੇ ਦੇਵਤੇ, ਪਵਨ ਦੇਵਤਾ, ਅਗਨ ਦੇਵਤਾ, 33 ਕਰੋੜ ਦੇਵਤੇ ਦਾ ਮਾਲਕ ਤਾਂ ਸਾਰੇ ਸਦਾ ਦੇ ਲਈ ਹੁਕਮ ਦੇ ਵਿੱਚ ਚੱਲਣ ਵਾਲੇ ਹਨ। ਤਿਸ ਕੋ ਮਾਰਿਓ ਚਹਿਤ ਹੈ ਮਤ ਮੰਦ ਮਲੀਨੀ। ਇਹ ਮੰਦੀ ਮਤ ਵਾਲੇ ਤਿੰਨੇ ਲੋਕਾਂ 14 ਭਵਨਾਂ ਦੇ ਮਾਲਕ ਨੂੰ ਇੱਕ ਮਾੜਾ ਜਿਹਾ ਗੋਲਾ ਚਲਾ ਕਰਕੇ ਹੀ ਆਪਣੇ ਵੱਲੋਂ ਸ਼ਹੀਦ ਕਰਨਾ ਚਾਹੁੰਦੇ ਹਨ। ਜਬ ਤੋਪਨ ਤੇ ਨਹਿ ਸਰਿਓ ਰਿਸ ਦੀਰਘ ਕੀਨੀ। ਔਰ ਜਦੋਂ ਤੋਪਾਂ ਦੇ ਵਿੱਚੋਂ ਚਲਾਇਆ ਹੋਇਆ ਗੋਲਾ ਕੋਈ ਵੀ ਨਹੀਂ ਲੱਗਿਆ, ਦੇ ਕਰਕੇ ਇਹਨਾਂ ਦੇ ਮਨ ਦੇ ਵਿੱਚ ਬੜਾ ਕ੍ਰੋਧ ਤੇ ਬੜਾ ਗੁੱਸਾ ਪੈਦਾ ਹੋ ਗਿਆ ਸੀ। ਹਸ ਬਾਰੀ ਲੈ ਸੈਨ ਕੋ ਹਿਤ ਲਰਨ ਅਰੂੜੀ। ਫਿਰ ਇਹ ਆਪਣੇ ਘੋੜਿਆਂ ਨੂੰ ਲੈ ਕਰਕੇ ਅੱਗੇ ਜੰਗ ਕਰਨ ਦੇ ਲਈ ਵੱਧ ਪਏ ਹਨ। ਵਜੀ ਦੀਹੀ ਦੁੰਦਬ ਤਬੈ ਉਤਸ਼ਾਹਤ ਗੂਢੀ। ਹੁਣ ਦੋਵੇਂ ਪਾਸਿਆਂ ਤੋਂ ਜਵਾਨਾਂ ਦੇ ਮਨ ਦੀ ਜਿਹੜੀ ਦਲੇਰੀ ਹੈ, ਇਹਨਾਂ ਦਾ ਹੌਸਲਾ ਵਧਾਉਣ ਵਾਸਤੇ ਉਹ ਵੱਡੇ ਵੱਡੇ ਢੋਲ ਵੀ ਨਗਾਰੇ ਵੀ ਆਮ ਤੌਰ 'ਤੇ ਮੈਦਾਨੇ ਜੰਗ ਦੇ ਵਿੱਚ ਤਕਰੀਬਨ ਵੱਜਿਆ ਹੀ ਕਰਦੇ ਸਨ। ਨਰਾਜ ਛੰਦ ਗੁਰੂ ਗੋਬਿੰਦ ਸਿੰਘ ਜੀ ਬਿਲੰਦ ਹੀਲ ਡਾਰਿਓ। ਉਹ ਸਮੇਂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਇਹਨਾਂ ਦੇ ਨੇੜੇ ਹੋ ਕੇ ਇਹੋ ਜਿਹਾ ਹਮਲਾ ਕੀਤਾ ਸੀ। ਸਮੂਹ ਸਿੰਘ ਸੰਗ ਲੈ ਤੁਪੰਗ ਕੋ ਸੰਭਾਰਿਓ। ਆਪਣੇ
ਸਿੰਘਾਂ ਨੂੰ ਲੈ ਕਰਕੇ ਨਾਲ ਬਹੁਤ ਸਾਰੀਆਂ ਬੰਦੂਕਾਂ ਦੀ ਛਲਕ ਕਰਵਾ ਦਿੱਤੀ ਹੈ। ਵਿਰੁੱਧ ਜੁੱਧ ਸੁਧ ਤੀ ਸੋ ਕ੍ਰੁੱਧ ਹੋਏ ਆਇਓ। ਗੁਰੂ ਕੇ ਪਿਆਰਿਆਂ ਨੇ ਬੜੇ ਵੀਰਾਂ ਦੇ ਵਿੱਚ ਆ ਕਰਕੇ ਜਦੋਂ ਇਹੋ ਜਿਹਾ ਬੜਾ ਘਮਸਾਨ ਦਾ ਜੰਗ ਕੀਤਾ ਸੀ, ਕਠੋਰ ਧਾਰ ਚਾਂਪ ਕੋ ਤੁਰੰਗ ਕੋ ਤਵਾਇਓ। ਆਪੋ ਆਪਣੇ ਘੋੜਿਆਂ ਨੂੰ ਤੇਜ਼ ਕਰਦਿਆਂ ਹੋਇਆਂ ਇਹਨਾਂ ਨੇ ਹੱਥਾਂ ਦੇ ਵਿੱਚ ਵੱਡੇ ਵੱਡੇ ਕਠੋਰ ਮਜ਼ਬੂਤ ਤਾਨਸ਼ ਜੋ ਪਕੜੇ ਹੋਏ ਸਨ, ਉਹਨਾਂ ਦੇ ਵਿੱਚੋਂ ਤੀਰ ਚਲਾਉਣ ਲੱਗ ਪਏ ਨੇ। ਸਮੂਹ ਬਾਨ ਤਾਨ 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 ਤੇ ਪ੍ਰਹਾਰਤੀ। ਜਦੋਂ ਬੜੇ ਬਲ ਦੁਆਰਾ ਤੰਦੀ ਨੂੰ ਖਿੱਚ ਖਿੱਚ ਕਰਕੇ ਇਹਨਾਂ ਦੇ ਸਾਹਮਣੇ ਤੀਰ ਛੱਡੇ ਸਨ। ਦੜਾ ਦੜੀ ਤੁਰੰਗ ਵੀਰ ਭੂਮ ਵਿੱਚ ਡਰਤੀ। ਉਸੇ ਵਕਤ ਮੈਦਾਨੇ ਜੰਗ ਦੇ ਵਿੱਚ ਇਹਨਾਂ ਦੇ ਸਾਹਮਣੇ ਦਾੜ ਦਾੜ ਘੋੜੇ ਵੀ ਔਰ ਸੂਰਮੇ ਜਵਾਨ ਥੱਲੇ ਡਿੱਗਣ ਲੱਗ ਪਏ ਹਨ। ਬਹਿ ਸਬੇਗ ਬਾਜੂ ਜਿਉ ਪੁਰਾਤਨੇ ਤਰੋਵਰਾ। ਇਹੋ ਜਿਹੇ ਹਵਾ ਦੇ ਸਮਾਨ ਜਦੋਂ ਤੇਜ਼ੀ ਦੇ ਨਾਲ ਸਤਿਗੁਰੂ ਜੀ ਨੇ ਵੀ ਆਪਣੇ ਧਨ ਦੇ ਵਿੱਚੋਂ ਬੜੇ ਤੀਰ ਚਲਾਏ ਸੀ। ਉਖਾਰ ਮੋਲ ਗੀਰ ਤੇ ਭਈ ਸੰਕੀਰਨੰ ਤਰਾ। ਹੁਣ ਜਿਹੜੀ ਧਰਤੀ ਉਹ ਵੀ ਚਾਰੇ ਪਾਸਿਆਂ ਤੋਂ ਬੜੀ ਜਿਹੜੀ ਭਿਆਨਕ ਦੁਖਦਾਈ ਲੱਗਣ ਲੱਗ ਪਈ ਹੈ। ਥਿਰਿਓ ਕੇ ਆਈ ਅਗਰ ਜੋ ਸੋ ਪ੍ਰਾਨਹੀਨ ਹੋਵਤੀ। ਜਿਹੜਾ ਵੀ ਦਸ਼ਮੇਸ਼ ਪਿਤਾ ਦੇ ਇੱਕ ਵਾਰੀ ਸਾਹਮਣੇ ਆ ਗਿਆ, ਚਾਹੇ ਘੋੜਾ ਹੈ ਚਾਹੇ ਸੂਰਮਾ, ਬਸ ਉਹਨਾਂ ਦੇ ਨਾਲ ਦੀ ਨਾਲ ਪ੍ਰਾਣ ਨਿਕਲ ਜਾਂਦੇ ਸਨ। ਭਿਆਨ ਭੋਰ ਭੂਮਿਕਾ ਭਗੈ ਭਗੈਲ ਜੋਬਤੀ। ਜਿਹੜੇ ਨੇ ਡਰਪੋਕ ਬੋਝਾ ਦਿਲ, ਉਹ ਤਾਂ ਸਤਿਗੁਰੂ ਜੀ ਦੇ ਤੀਰਾਂ ਦੀ ਨਾ ਦੇ ਕਰਕੇ ਪਾਛੜ ਨੂੰ ਆਪਣੇ ਪ੍ਰਾਣ ਬਚਾਉਣ ਦੇ ਲਈ ਪਿੱਛੇ ਨੂੰ ਮੋੜਨ ਲੱਗ ਪਏ ਸਨ। ਨਹੀਂ ਜੋ ਨੈਣ ਗੋਚਰਾ ਬਚਿਓ ਸੋ ਜਿੰਦ ਰਾਖ ਕੇ। ਜਿਹੜਾ ਵੀ ਜਵਾਨ ਸਿਪਾਹੀ ਘੋੜਾ ਸਤਿਗੁਰੂ ਜੀ ਦੇ ਸਾਹਮਣੇ ਨਹੀਂ ਸੀ ਆਇਆ, ਉਹਨਾਂ ਦੇ ਤਾਂ ਫਿਰ ਪ੍ਰਾਣ ਬਚ ਗਏ ਹਨ। ਹਿਤੇ ਉਤੇ ਪਲਾਏ ਗਏ ਨਾ ਸਾਮੂਹਾ ਪਿਖ ਪਿਲਾਖ ਤੇ। ਉਹ ਵਿਚਾਰੇ ਆਪਣੀਆਂ ਜਾਨਾਂ ਬਚਾਉਣ ਦੇ ਲਈ ਇੱਧਰ ਉੱਧਰ ਨੂੰ ਟਾਲ ਮਟੋਲੇ ਕਰਨ ਲੱਗ ਪਏ ਸਨ। ਗੁਰੂ ਸਮੇਤ ਖਾਲਸੀ ਤਵਾਈ ਜਾਹੇ ਜਾਹੇ ਕੋ। ਜਦਰ ਵੀ ਸਤਿਗੁਰੂ ਜੀ ਆਪਣੇ ਖਾਲਸੇ ਦੇ ਸਮੇਤ ਮੈਦਾਨੇ ਜੰਗ ਦੇ ਵਿੱਚ ਇਹਨਾਂ ਦੇ ਸਾਹਮਣੇ ਜਾਂਦੇ ਸੀ। ਸੰਘਾਰ ਕੈ ਸਥਾਰ ਕੀਨ ਕੋ ਟਿਕੈ ਨਾ ਤਾਹੀ ਕੋ। ਕੋਈ ਵੀ ਸਤਿਗੁਰੂ ਜੀ ਦੇ ਤੀਰਾਂ ਦੇ ਸਾਹਮਣੇ ਆ ਕਰਕੇ ਨਹੀਂ ਟਿਕਦਾ ਸੀ। ਲਗੰਤ ਬਾਨ ਗੋਰੀਆਂ ਦੋ ਔਰੀਆਂ ਸੜਾਕਤੀ। ਉਸੇ ਬਾਤ ਤੁਰਕਾਂ ਦੇ ਮੁਗਲਾਂ ਪਠਾਣਾਂ ਦੇ ਇੱਕ ਪਾਸੇ ਸਤਿਗੁਰੂ ਜੀ ਦੇ ਤੀਰ, ਦੂਸਰੀ ਸਾਈਡ ਤੇ ਖਾਲਸੇ ਨੇ ਵੀ ਬੜੀਆਂ ਜਿਹੜੀਆਂ ਗੋਲੀਆਂ ਆਪਣੀਆਂ ਬੰਦੂਕਾਂ ਦੇ ਵਿੱਚੋਂ ਚਲਾ ਦਿੱਤੀਆਂ ਹਨ। ਪਲਾਏ ਜਾਏ ਜੀਵਤੀ ਮਰੇ ਪਰੇ ਤੜਾਕਤੀ। ਜਿਹੜੇ ਤਾਂ ਵਿਚਾਰੇ ਜ਼ਖਮੀ, ਉਹ ਤਾਂ ਮੈਦਾਨੇ ਜੰਗ ਦੇ ਵਿੱਚ ਬੜੇ ਤੜਫ ਰਹੇ ਹਨ। ਜਿਹੜੇ ਜਿਉਂਦੇ ਨੇ ਉਹਨਾਂ ਨੂੰ ਵੀ ਆਪੋ ਆਪਣੇ ਪ੍ਰਾਣ ਬਚਾਉਣ ਦੀ ਪੈ ਚੁੱਕੀ ਸੀ। ਚੌਪਈ ਜੁਗ ਸੂਬੇ ਗਿਰਪਤ ਮਿਲ ਸਾਰੀ। ਜਦੋਂ ਦੋਵੇਂ ਸੂਬੇ ਤੇ ਪਹਾੜੀ ਰਾਜੇ ਹੋਣ ਸਾਰੇ ਇੱਕ ਥਾਂ ਤੇ ਆਪਣਾ ਇਕੱਠ ਕਰਕੇ ਬੈਠੇ ਸਨ। ਹੀਰ ਚਮੂ ਪ੍ਰਤ ਗਰ ਉਚਾਰੀ। ਜਦੋਂ ਇਹਨਾਂ ਦੀ ਹੁਣ ਸੈਨਾ ਜਵਾਨ ਮਰਨ ਤੋਂ ਵਿਚਾਰੇ ਡਰਦੇ ਹੋਏ ਪਿੱਛੇ ਨੂੰ ਦੌੜਨ ਲੱਗੇ, ਉਸ ਸਮੇਂ ਬੜੀਆਂ ਇਹਨਾਂ ਨੇ ਫਿਰ ਗੰਦੀਆਂ ਗੰਦੀਆਂ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਸਨ। ਵੱਡੇ ਯਤਨ ਤੇ ਸਨਮੁਖ ਕਰੇ। ਬੜੇ ਯਤਨਾਂ ਦੁਆਰਾ ਮਸਾ ਮਸਾ ਤਾੜ ਤਾੜ ਕਰਕੇ ਉਹਨਾਂ ਵਿਚਾਰੇ ਗਰੀਬ ਨੌਕਰਾਂ ਨੂੰ ਅੱਗੇ ਨੂੰ ਧੱਕਦੇ ਹਨ। ਕੇਤਕ ਭਲਾਵੈ ਕੇਤਕ ਮਰੈ। ਉਹਨਾਂ ਦੇ ਵਿੱਚੋਂ ਅੱਖ ਬਚਾ ਕਰਕੇ ਕਈ ਇੱਧਰ ਉੱਧਰ ਦੌੜ ਜਾਂਦੇ ਹਨ, ਤੇ ਹੁਣ ਜਿਹੜਾ ਸਾਹਮਣੇ ਚਲਿਆ ਗਿਆ ਉਹਨਾਂ ਨੇ ਤਾਂ ਫਿਰ
ਬਚਣਾ ਕਿੱਥੇ ਸੀ। ਕੋ ਸਿੰਘ ਘਾਬ ਜੁਤ ਜੋ ਹੋਇਓ। ਇਤਨੇ ਭਿਆਨਕ ਯੁੱਧ ਦੇ ਵਿੱਚ ਜੋ ਸਤਿਗੁਰੂ ਜੀ ਦੇ ਬਿਰਲੇ ਬਿਰਲੇ ਸੂਰਮਿਆਂ ਦੇ ਸਰੀਰਾਂ ਦੇ ਉੱਪਰ ਜ਼ਖਮ ਤਾਂ ਹੋ ਗਏ ਨੇ ਜ਼ਰੂਰ, ਪਰ ਸ਼ਹੀਦੀ ਕਿਸੇ ਨੇ ਨਹੀਂ ਪ੍ਰਾਪਤ ਕੀਤੀ ਹੈ। ਗੁਰੂ ਪ੍ਰਤਾਪ ਖਾਲਸੀ ਜੋਇਓ। ਇਹੋ ਜਿਹਾ ਜਿਹੜਾ ਤੇਜ ਪ੍ਰਤਾਪ ਖਾਲਸਾ ਤਾਂ ਹੁਣ ਪਹਿਲਾਂ ਤੋਂ ਹੀ ਸਤਿਗੁਰੂ ਜੀ ਦਾ ਸਾਹਮਣੇ ਦੇਖਦਾ ਆ ਰਿਹਾ, ਜਿਹਦਾ ਸਾਹਿਬ ਡਾਡਾ ਹੋਏ ਤਿਸਨੋ ਮਾਰ ਨਾ ਸਕੈ ਕੋਏ। ਇੱਕ ਪਾਸੇ ਲੱਖਾਂ ਦੀ ਗਿਣਤੀ ਦੇ ਵਿੱਚ ਹਥਿਆਰ ਚਲਾਉਣ ਵਾਲੇ ਸਨ, ਪਰ ਸਤਿਗੁਰੂ ਜੀ ਦਾ ਜੋ ਹੈ ਜੋ ਦਾ ਸੂਰਮਾ ਕੋਈ ਵੀ ਮੈਦਾਨੇ ਜੰਗ ਦੇ ਵਿੱਚ ਸ਼ਹੀਦ ਨਹੀਂ ਹੋਇਆ ਸੀ। ਜੋ ਲਸ਼ਕਰ ਤੁਰਕਨ ਕੇ ਪੀਰੀ। ਪਰ ਇਹਨਾਂ ਤੁਰਕਾਂ ਮੁਗਲਾਂ ਪਠਾਨਾਂ ਦੀਆਂ ਫੌਜਾਂ ਨੂੰ ਖਾਲਸੇ ਨੇ ਭਾਜਣਾ ਪਾਈਆਂ ਹੋਈਆਂ ਸਨ। ਕੇ ਚਿਤ ਪਹੁੰਚੇ ਭਾਜਤ ਡੇਰੀ। ਕਈ ਵਿਚਾਰੇ ਨਾ ਆਪਣੀ ਜਾਨ ਬਚਾਉਣ ਦੇ ਲਈ ਡੇਰਿਆਂ ਦੇ ਵਿੱਚ ਜਾ ਕਰਕੇ ਲੁਕ ਗਏ ਹਨ। ਛਤਰਨ ਕੇ ਦਲ ਲੜ ਕਰ ਹੋਟੇ। ਲੜਦਿਆਂ ਲੜਦਿਆਂ ਇਹਨਾਂ ਨੂੰ ਵੀ ਬੜੀ ਹੁਣ ਥਕਾਵਟ ਚੜ ਚੁੱਕੀ ਸੀ। ਬਹੁਰ ਚੌਂਪ ਦੀ ਸਮੁਖ ਨਾ ਜੁਟੀ। ਕੋਈ ਵੀ ਉਤਸ਼ਾਹ ਜਾਂ ਫਿਰ ਦਲੇਰੀ ਦੇ ਸਹਿਤ ਅੱਗੇ ਹੋ ਕਰਕੇ ਜੰਗ ਨਹੀਂ ਕਰਨਾ ਚਾਹੁੰਦਾ। ਸਾਰਿਆਂ ਦੇ ਮਨ ਦੇ ਵਿੱਚੋਂ ਜਿਹੜਾ ਹੌਸਲਾ ਦਲੀਰੇ ਤਾਂ ਬਿਲਕੁਲ ਖਤਮ ਹੋ ਚੁੱਕੀ ਹੈ। ਸਨੇ ਸਨੇ ਹਟ ਕਰ ਪੁਰ ਓਰੀ। ਸਹਿਜੇ ਸਹਿਜੇ ਹੁਣ ਖਾਲਸਾ ਵੀ ਆਨੰਦਪੁਰ ਦੇ ਵੱਲ ਮੋੜਨ ਲੱਗ ਪਿਆ ਸੀ। ਆਬਤ ਪੁੰਜ ਤੁਫੰਗਨ ਛੋਰੀ। ਬੜੀਆਂ ਬੰਦੂਕਾਂ ਨੂੰ ਚਲਾਉਂਦਿਆਂ ਹੋਇਆਂ ਮੈਦਾਨੇ ਖੇਤਰ ਦੇ ਵਿੱਚ ਸਤਿਗੁਰੂ ਜੀ ਦੇ ਯੋਧੇ ਸੂਰਮੇ ਪਿੱਛੇ ਨੂੰ ਮੁੜ ਪਏ ਹਨ। ਰਨ ਮਹਿ ਮਰੇ ਲੋਥ ਉਠਵਾਈ। ਜਿਹੜਾ ਕੋਈ ਸ਼ਹੀਦ ਹੋਇਆ ਸਿੰਘ ਸੂਰਮਾ, ਉਹਨਾਂ ਦੇ ਸਰੀਰਾਂ ਨੂੰ ਵੀ ਗੁਰ ਸਿੱਖਾਂ ਨੇ ਮੈਦਾਨੇ ਜੰਗ ਦੇ ਵਿੱਚ ਉਠਾ ਲਿਆ ਸੀ। ਕਾਇਲ ਕੋ ਸੰਭਾਲ ਸਭ ਥਾਈ। ਨਾਲ ਦੀ ਨਾਲ ਸਿੰਘਾਂ ਨੇ ਆਪੋ ਆਪਣੇ ਜਿਹੜੇ ਜ਼ਖਮੀ ਉਹ ਵੀ ਸੰਭਾਲ ਲਏ ਸਨ। ਆਈ ਦੁਰਗਮ ਹੈ ਸਤਗੁਰ ਬਰੀ। ਸਤਿਗੁਰੂ ਜੀ ਦੇ ਸਮੇਤ ਜੋਧੇ ਸੂਰਮੇ ਕਿਲੇ ਦੇ ਵਿੱਚ ਪ੍ਰਵੇਸ਼ ਕਰ ਗਏ ਹਨ। ਸ਼ਲਖ ਤੁਪਕ ਤੋਪਨ ਕੀ ਕਰੀ। ਫਿਰ ਵੀ ਇਹਨਾਂ ਤੁਰਕਾਂ ਮੁਗਲਾਂ ਪਠਾਨਾਂ ਦੇ ਵੱਲ ਬੰਦੂਕਾਂ ਦੀ ਤੋਪਾਂ ਦੀ ਬੜੀ ਸ਼ਲਖ ਕਰਨੀ ਸ਼ੁਰੂ ਕੀਤੀ ਹੋਈ ਹੈ। ਦੁਰਜਨ ਰਾਖੇ ਦੂਰ ਹਟਾਈ। ਜਿਹੜੇ ਇਹ ਦੋਸਤ ਪਾਪੀ ਪਹਿਲਾਂ ਤਾਂ ਆਨੰਦਪੁਰ ਦੇ ਨੇੜੇ ਹੀ ਆ ਗਏ ਸੀ, ਪਰ ਜਦੋਂ ਸਤਿਗੁਰੂ ਜੀ ਨੇ ਇਹੋ ਜਿਹੇ ਦੋ ਹੱਥ ਖਾਲਸੇ ਦੇ ਸਮੇਤ ਬਾਹਰ ਜਾ ਕੇ ਦਿਖਾਏ, ਫਿਰ ਤਾਂ ਇਹਨਾਂ ਨੂੰ ਨੇੜੇ ਟਿਕਣਾ ਵੀ ਬੜਾ ਔਖਾ ਹੋ ਗਿਆ ਸੀ। ਮਾਰੀ ਖੇਤ ਵਿਖੇ ਸਮੁਦਾਈ। ਬਾਜੀਦਾ ਤੇ ਜਰਾ ਜ਼ਬਰਦਸਤ ਖਾਨ ਦੇ ਦੇ ਵੀ ਸਾਡੇ ਤਾਂ ਚਾਰੇ ਪਾਸੇ ਕਿਤਨੇ ਜਵਾਨ ਸਿਪਾਹੀ ਘੋੜੇ ਧਰਤੀ ਦੇ ਉੱਪਰ ਮਰੇ ਪਏ ਹਨ। ਵਾਹਿਗੁਰੂ ਜੀ ਕੀ ਕਹਿ ਪਤੀ। ਸਤਿਗੁਰੂ ਜੀ ਦੇ ਚਰਨਾਂ ਚਾ ਕਰਕੇ ਫਿਰ ਖਾਲਸੇ ਨੇ ਜੈਕਾਰੇ ਗਜਾ ਦਿੱਤੇ ਸਨ। ਹਰਖ ਖਾਲਸੇ ਮਹਿ ਪਾਤੀ। ਇਹੋ ਜੀ ਜ਼ਿੱਤ ਪ੍ਰਾਪਤ ਕਰਕੇ ਖਾਲਸੇ ਦੇ ਮਨ ਦੇ ਵਿੱਚ ਹੁਣ ਖੁਸ਼ੀ ਆਨੰਦ ਕਿਉਂ ਨਹੀਂ ਪੈਦਾ ਹੋਵੇਗਾ। ਦੋਹਰਾ ਬੀਤ ਗਿਓ ਬਾਸੁਰ ਸਰਬ ਨਿਸ ਹੋਈ ਜਬ ਆਈ। ਉਹ ਜਿਹੜਾ ਸਾਰਾ ਦਿਨ ਬਤੀਤ ਹੋ ਗਿਆ ਸੀ ਤੇ ਅੱਗੇ ਰਾਤ ਆਰੰਭ ਹੋ ਗਈ ਹੈ। ਗਿਰਪਤ ਸਭ ਸੂਬੇ ਦੋ ਮਿਲੀ ਆਈ ਇੱਕ ਥਾਈ। ਜਦੋਂ ਸੂਰ ਦਾ ਛਪਾ ਦੇ ਕਰਕੇ ਇਹ ਵੱਡੇ ਵੱਡੇ ਸੂਬੇ ਫਿਰ ਇੱਕ ਥਾਂ ਤੇ ਇਕੱਠੇ ਹੋ ਗਏ ਸਨ। ਲਲਤ ਪਦ ਛੰਦ ਮਿਲ ਕਰ ਮਸਲਤ ਲੱਗੇ ਵਿਚਾਰਨ। ਫਿਰ ਹੁਣ ਇਹ ਸਾਰੇ ਇਕੱਠੇ ਹੋ ਕੇ ਆਪੋ ਆਪਣੀਆਂ ਸਲਾਹ ਕਰਨ ਲੱਗ ਪਏ ਸਨ। ਜਾਏ ਨਹੀਂ ਕੁਛ ਜਾਨਾ। ਪਰ ਇਹਨਾਂ ਦੇ ਦਿਮਾਗ ਦੇ ਵਿੱਚ ਇਸ ਗੱਲ ਦੀ ਕੋਈ ਵੀ
ਸਮਝ ਨਹੀਂ ਪੈਂਦੀ ਵੀ ਇਤਨਾ ਨੁਕਸਾਨ, ਇਤਨੇ ਜਵਾਨ ਸਿਪਾਹੀ ਪਤਾ ਨਹੀਂ ਮੈਦਾਨ ਜੰਗ ਦੇ ਵਿੱਚ ਆ ਕੇ ਸਾਡੇ ਕੌਣ ਮਾਰ ਦਿੰਦਾ ਹੈ। ਕਲ ਤੋ ਹੋਤੇ ਗੁਰੂ ਭਟ ਓਟੀ, ਸਾਰੇ ਜਦੋਂ ਵਿਚਾਰਾ ਕਰਨ ਲੱਗ ਪਏ ਆ ਦੋਵੇਂ ਵੱਡੇ ਵੱਡੇ ਸੂਬੇ ਤੇ ਭੀਮ ਚੰਦ ਵੀ ਦੇਖੋ ਕੱਲ ਤਾਂ ਚਲੋ ਗੁਰੂ ਜੀ ਦੀ ਜਿਹੜੀ ਫੌਜ ਇਹ ਮੋਰਚਿਆਂ ਦੇ ਵਿੱਚ ਬੈਠ ਕਰਕੇ ਨਾ ਆਪਣੇ ਜਵਾਨਾਂ ਦਾ ਮੁਕਾਬਲਾ ਕਰ ਰਹੀ ਸੀ। ਹਮਰੇ ਖਰੇ ਮਦਾਨਾ, ਆਪਣੇ ਜਵਾਨ ਸਿਪਾਹੀ ਸਾਰੇ ਤਕਰੀਬਨ ਖੁੱਲੀ ਜਗ੍ਹਾ ਦੇ ਵਿੱਚ ਹੀ ਖੜੇ ਸਨ। ਜਾਂਤੇ ਮਰੇ ਹਜ਼ਾਰੋਂ ਜੋਧਾ, ਇਸੇ ਕਰਕੇ ਕੱਲ ਆਪਣੇ ਯੋਧੇ ਸੂਰਮਿਆਂ ਦਾ ਜਿਹੜਾ ਨੁਕਸਾਨ ਇਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੋ ਚੁੱਕਿਆ। ਮਿੱਟੀ ਮਾਸ ਰਲਾਈ, ਆ ਦੇਖੋ ਕਿਵੇਂ ਮਾਸ ਜਵਾਨਾਂ ਸਿਪਾਹੀਆਂ ਦਾ ਮਿੱਟੀ ਦੇ ਵਿੱਚ ਹੀ ਮਿਲ ਚੁੱਕਿਆ ਹੈ। ਨਹਿ ਸਮੀਪ ਨਿਜ ਟੋਕਨ ਦੀਨੇ, ਪਰ ਫਿਰ ਵੀ ਗੁਰੂ ਜੀ ਦੇ ਯੋਧੇ ਸੂਰਮਿਆਂ ਨੇ ਆਪਣੀ ਫੌਜ ਨੂੰ ਤਾਂ ਇਹ ਨੇੜੇ ਵੀ ਨਹੀਂ ਆਉਣ ਦਿੱਤਾ ਸੀ। ਮਾਰ ਮਹਾਨ ਮਚਾਈ, ਕਿਹਾ ਜੀ ਬੜੀ ਭਿਆਨਕ ਮਾਰ ਮਚਾਈ। ਅਸੀਂ ਤਾਂ ਬੜੇ ਮਨ ਦੇ ਵਿੱਚ ਦੇਖ ਕਰਕੇ ਹੈਰਾਨ ਹੋ ਗਏ ਹਾਂ। ਗੁਰ ਪਟ ਬਚੀ ਮਰੀ ਬਹੁ ਹਮਰੀ, ਗੁਰੂ ਜੀ ਦੇ ਤਾਂ ਸਾਰੇ ਯੋਧੇ ਸੂਰਮਿਆਂ ਦਾ ਬਚਾਅ ਹੋ ਗਿਆ ਤੇ ਆਪਣੇ ਮੈਦਾਨੇ ਜੰਗ ਦੇ ਵਿੱਚ ਬੜੇ ਮਰ ਚੁੱਕੇ ਹਨ। ਜਾਨ ਲੀਨ ਤਬ ਸ਼ੀਤਾ, ਪਰ ਕੱਲ ਤਾਂ ਇਹ ਕਾਰਨ ਆਪਣੇ ਸਾਹਮਣੇ ਨਜ਼ਰ ਆ ਰਿਹਾ ਸੀ। ਆਜ ਲੜੀ ਸਮ ਹਵੈ ਕਰ ਸਾਰੀ, ਪਰ ਅੱਜ ਤਾਂ ਦੇਖੋ ਗੁਰੂ ਜੀ ਦੇ ਸੂਰਮੇ ਵੀ ਬਾਹਰ ਖੁੱਲੀ ਜਗ੍ਹਾ ਦੇ ਵਿੱਚ ਆ ਕਰਕੇ ਆਪਣੇ ਨਾਲ ਲੜੇ ਸਨ। ਬਨ ਕੈ ਸਿੰਘ ਸੁਚੇਤਾ, ਗੁਰੂ ਜੀ ਦੇ ਜਿਹੜੇ ਯੋਧੇ ਸੂਰਮੇ ਬੜੇ ਸਾਵਧਾਨ ਸੁਚੇਤ ਹੋ ਕਰਕੇ ਬਾਹਰ ਆਏ ਸੀ। ਹਮਰੇ ਮਰੇ ਹਜ਼ਾਰੋਂ ਦੀਖਤ, ਹੁਣ ਵੀ ਦੇਖੋ ਆ ਚਾਰੇ ਪਾਸੇ ਸਾਡੇ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨਾ ਮਰੇ ਹੋਏ ਨਜ਼ਰ ਆ ਰਹੇ ਹਨ। ਖੇਤ ਸੰਕੀਰਨ ਹੋਵਾ, ਆ ਜਿਹੜਾ ਮੈਦਾਨਾ ਜੰਗ ਚਾਰੇ ਪਾਸਿਆਂ ਤੋਂ ਕਿਵੇਂ ਬੜਾ ਭਿਆਨਕ ਦੁਖਦਾਈ ਬਣ ਚੁੱਕਿਆ ਹੈ। ਗੁਰ ਕੋ ਪਟ ਕਾਇਲ ਪਾ ਕੋ ਨਹਿ, ਸਾਨੂੰ ਤਾਂ ਉਹ ਲੱਗਦਾ ਵੀ ਸ਼ਾਇਦ ਗੁਰੂ ਜੀ ਦਾ ਕੋਈ ਯੋਧਾ ਸੂਰਮਾ ਵੀ ਇਤਨੇ ਘਮਸਾਨ ਦੇ ਜੰਗ ਦੇ ਵਿੱਚ ਜ਼ਖਮੀ ਵੀ ਨਹੀਂ ਹੋਇਆ ਹੋਵੇਗਾ। ਮਰੇ ਨਾ ਰਨ ਮਹਿ ਜੋਵਾ, ਕੋਈ ਵੀ ਸਤਿਗੁਰੂ ਜੀ ਦਾ ਜਿਹੜਾ ਗੁਰ ਸਿੱਖ ਸਾਨੂੰ ਮੈਦਾਨੇ ਜੰਗ ਦੇ ਵਿੱਚ ਮਰਿਆ ਹੋਇਆ ਨਹੀਂ ਦਿਸਿਆ ਹੈ। ਭੀਮ ਚੰਦ ਤੇ ਆਦਿਕ ਰਾਜੀ, ਭੀਮ ਚੰਦ ਤੋਂ ਲੈ ਕੇ ਸਾਰੇ ਰਾਜੇ ਬੜੀਆਂ ਹੁਣ ਸੋਚਣ ਲੱਗ ਪਏ ਸਨ। ਹਾਥ ਬੰਦ ਕਰ ਪਾਖੀ, ਹੁਣ ਇਹ ਵਿਚਾਰੇ ਡਰਦੇ ਹੋਏ ਸੂਬਿਆਂ ਤੋਂ ਦੋਵੇਂ ਹੱਥ ਜੋੜ ਕਰਕੇ ਬਾਰ-ਬਾਰ ਬੇਨਤੀਆਂ ਕਰਨ ਲੱਗ ਪਏ ਸਨ। ਘਾਤ ਲੜਨ ਕੀ ਐਸੀ ਜਾਣਤ, ਭੀਮ ਚੰਦ ਕਹਿਣ ਲੱਗਿਆ ਖਾਨ ਸਾਹਿਬ ਵੀ ਗੁਰੂ ਜੀ ਦਾ ਜਿਹੜੇ ਬਹਾਦਰ ਯੋਧੇ ਇਹ ਯੁੱਧ ਕਰਨ ਦੀ ਇੱਕ ਯੁੱਧ ਕਰਨ ਦਾ ਇੱਕ ਇਹੋ ਜਿਹਾ ਦਾ ਉਹਨੂੰ ਫਿਰ ਇਹ ਆਪ ਹੀ ਜਾਣਨ ਵਾਲੇ ਹਨ। ਤਰਾਸ ਨਾ ਮਨ ਮਹਿ ਰਾਖੀ, ਇਹਨਾਂ ਦੇ ਮਨ ਦੇ ਵਿੱਚ ਮੌਤ ਦਾ ਤਾਂ ਕਦੇ ਡਰ ਪੈਦਾ ਨਹੀਂ ਹੁੰਦਾ ਹੈ। ਇੱਕ ਬਾਰ ਹੀ ਹੇਲ ਘਾਲ ਕਰ, ਬਸ ਤਾਂ ਉਹ ਇਕੱਠੇ ਹੋ ਕਰਕੇ ਇੱਕੋ ਦਫਾ ਇਹੋ ਜਿਹਾ ਨਾ ਜਦੋਂ ਬੜਾ ਭਿਆਨਕ ਆਪਣੇ ਵੱਲੋਂ ਹਮਲਾ ਕਰਦੇ ਹਨ। ਕਰਤ ਬਾਰ ਮਿਲ ਸਾਰੀ, ਸਾਰੇ ਹੀ ਇਕੱਠੇ ਇੱਕੋ ਦਫਾ ਆਪਣੇ ਸ਼ਾਸਤਰਾਂ ਦਾ ਵਾਰ ਕਰਦੇ ਹਨ। ਬੰਦ ਟੋਲ ਕਰ ਘਾਤ ਹਟਤ ਹੈ, ਇਹੋ ਜਿਹਾ ਬਹੁਤ ਵੱਡਾ ਟੋਲਾ ਬਣਾ ਕਰਕੇ ਪਤਾ ਨਹੀਂ ਕਿਹੜੇ ਵੇਲੇ ਹਵਾ ਦੇ ਸਮਾਨ ਆ ਕਰਕੇ ਆਪਣੀਆਂ ਫੌਜਾਂ ਦੇ ਵਿੱਚ ਧੱਸ ਜਾਂਦੇ ਹਨ। ਹੋਤ ਨਾ ਕਿਮ ਨਿਰਵਾਰੀ, ਹੁਣ ਜਦੋਂ ਇਤਨਾ ਵੱਡਾ ਟੋਲਾ ਆ ਗਿਆ ਉਹਨਾਂ ਨੂੰ ਤਾਂ ਫਿਰ ਰੋਕਣਾ ਵੀ ਬੜਾ ਔਖਾ ਹੋ ਜਾਇਆ ਕਰਦਾ ਹੈ। ਆਗੇ ਲੜੀ ਘੇਰ ਹਮ ਲੀਨਸ, ਤੇ ਮੈਂ ਚੰਦ ਕਹਿਣ ਲੱਗਿਆ ਵੀ ਪਹਿਲਾਂ ਵੀ ਇੱਕ ਦਫਾ ਅਸੀਂ ਬਾਹਰ
ਗੁਰੂ ਜੀ ਦੇ ਨਾਲ ਜੰਗ ਕੀਤਾ ਸੀ। ਸੰਗ ਵਜੀਦ ਪਠਾਨਾ ਉਸ ਵਕਤ ਵਜ਼ੀਰ ਖਾਨ ਨੇ ਬੜੀ ਫੌਜ ਲੈ ਕਰਕੇ ਪਹੁੰਚੇ ਹੋਏ ਸਨ। ਨੀਠ ਨੀਠ ਕਰ ਗਮਨਿਓ ਬਚ ਕੇ ਉਸ ਵਕਤ ਗੁਰੂ ਜੀ ਮਸਾ ਮਸਾ ਇਹਨਾਂ ਨੇ ਦਰਿਆ ਪਾਰ ਕਰਕੇ ਆਪਣੇ ਪ੍ਰਾਣ ਬਚਾਏ ਸਨ। ਰੋਕਿਓ ਬਹਿਰ ਮਦਾਨਾ ਕਹਿ ਲੱਗੇ ਇੱਕ ਵਾਰੀ ਪਹਿਲਾਂ ਵੀ ਅਸੀਂ ਇਸੇ ਤਰ੍ਹਾਂ ਖੁੱਲੀ ਜਗ੍ਹਾ ਦੇ ਵਿੱਚ ਜਦੋਂ ਗੁਰੂ ਜੀ ਨੂੰ ਘੇਰਾ ਪਾਇਆ ਸੀ, ਹੁਣ ਜਿਸ ਪ੍ਰਕਾਰ ਭੀਮਾ ਚੰਦ ਨੇ ਇਹਨਾਂ ਸਾਰਿਆਂ ਨੂੰ ਆਪਣੀ ਜਿਹੜੀ ਬਿਆਨਤ ਦੱਸਣੀ ਹੈ ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਤਾ ਗੱਦੀ ਤੇ ਵਿਰਾਜਮਾਨ ਹੋ ਕਰਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਬੜਭਾਗੇ ਗੁਰ ਸਿੱਖਾਂ ਨੇ ਹਾਲ ਕਰ ਰਹੇ ਨੇ। ਅਬ ਤੁਮ ਚੜ੍ਹੋ ਨਾ ਲਰਬੀ ਕਾਰਨ ਰੱਖੋ ਚੌਦਿਸ ਡੇਰੀ ਦੇਹੋ ਨਾ ਕਛੂ ਪਰਵੇਸ਼ਨ ਅੰਤਰ ਇਸ ਪ੍ਰਕਾਰ ਲਿਓ ਕੀਰੀ ਚੌਥੇ ਪਾਰ ਬ੍ਰਹਮਾ ਅਵਨਾਸੀ ਅਗਨਾਸ ਪੂਰਨ